ਇਸ ਤਰ੍ਹਾਂ ਆਤਮ ਗਿਆਨ ਦੀ ਪ੍ਰਾਪਤੀ ਕਰਕੇ ਸ਼੍ਰੀ ਲਹਿਣਾ ਜੀ ਬੜੇ ਪ੍ਰੇਮ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਵਿੱਚ ਪ੍ਰਵਿਰਤ ਰਹਿੰਦੇ। ਆਪ ਜੀ ਦੀ ਨਿਮਰਤਾ, ਸੇਵਾ ਅਤੇ ਸ਼ਰਧਾ ਵੇਖ ਕੇ ਗੁਰੂ ਜੀ ਪ੍ਰਸੰਨ ਹੋ ਕੇ ਦਿਨ ਪ੍ਰਤੀ ਹੋਰ ਵਧੇਰੇ ਕਿਰਪਾ ਦ੍ਰਿਸ਼ਟੀ ਰੱਖਣ ਲੱਗੇ। ਸਿੱਖ ਸੰਗਤਾਂ ਨੇ ਇਹ ਝੁਕਾਓ ਵੇਖ ਕੇ ਅਨੁਮਾਨ ਲਾਇਆ ਕਿ ਆਪਣੀ ਗੁਰਿਆਈ ਗੱਦੀ ਨੂੰ ਇਹਨਾਂ ਨੂੰ ਹੀ ਦੇਣਗੇ। ਜਦ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਸੁਲੱਖਣੀ ਜੀ ਨੇ ਸੁਣੀਆਂ ਤਾਂ ਉਹ ਚਿੰਤਾਵਾਨ ਹੋ ਕੇ ਇੱਕ ਦਿਨ ਗੁਰੂ ਜੀ ਪਾਸ ਧਰਮਸ਼ਾਲਾ ਵਿੱਚ ਆਏ। ਸਾਹਿਬਜ਼ਾਦੇ ਸ਼੍ਰੀ ਚੰਦ ਤੇ ਲਖਮੀ ਦਾਸ ਅਤੇ ਕੁਝ ਸਿੱਖ ਵੀ ਆਪ ਜੀ ਪਾਸ ਬੈਠੇ ਸਨ। ਸੁਲੱਖਣੀ ਜੀ ਨੇ ਪਾਸ ਬੈਠ ਕੇ ਆਖਿਆ ਕਿ ਮੈਂ ਸੁਣਿਆ ਹੈ ਕਿ ਤੁਸੀਂ ਲਹਿਣਾ ਜੀ ਨੂੰ ਗੁਰਿਆਈ ਗੱਦੀ ਦੇਣੀ ਚਾਹੁੰਦੇ ਹੋ। ਜੇ ਇਹ ਗੱਲ ਠੀਕ ਹੈ ਤਾਂ ਤੁਹਾਨੂੰ ਆਪਣੇ ਜੋਗ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਾਦਾਰ ਨੂੰ ਗੱਦੀ ਦੇਣੀ ਉਚਿਤ ਨਹੀਂ ਹੈ। ਪੁੱਤਰਾਂ ਤੋਂ ਜਗਤ ਵਿੱਚ ਬੰਸ ਵੱਧਦੀ ਹੈ ਅਤੇ ਪੁੱਤਰਾਂ ਤੋਂ ਜਸ ਫੈਲਦਾ ਹੈ। ਸ਼੍ਰੀ ਸੁਲੱਖਣੀ ਜੀ ਤੋਂ ਐਸੇ ਬਚਨ ਸੁਣ ਕੇ ਗੁਰੂ ਜੀ ਕੁਝ ਚਿਰ ਵਾਸਤੇ ਚੁੱਪ ਕਰ ਰਹੇ। ਇਤਨੇ ਨੂੰ ਇੱਕ ਬਿੱਲੀ ਅੱਧਾ ਖਾਧਾ ਹੋਇਆ ਚੂਹਾ ਮੂੰਹ ਵਿੱਚ ਲੈ ਕੇ ਜਦ ਉੱਥੋਂ ਲੰਘਣ ਲੱਗੀ ਤਾਂ ਸਿੱਖਾਂ ਨੇ ਉਸ ਨੂੰ ਡਰਾਇਆ, ਜਿਸ ਕਰਕੇ ਬਿੱਲੀ ਉੱਥੇ ਚੂਹੇ ਨੂੰ ਸੁੱਟ ਕੇ ਭੱਜ ਗਈ। ਗੁਰੂ ਜੀ ਨੇ ਆਪਣੇ ਅਗਾੜੀ ਮਰਿਆ ਹੋਇਆ ਚੂਹਾ ਵੇਖ ਕੇ ਸ੍ਰੀ ਚੰਦ ਜੀ ਨੂੰ ਆਖਿਆ ਕਿ ਇਸ ਨੂੰ ਚੁੱਕ ਕੇ ਬਾਹਰ ਸੁੱਟ ਆਓ। ਸ੍ਰੀ ਚੰਦ ਜੀ ਨੇ ਕਿਹਾ, ਇਹ ਕੋਈ ਗੱਲ ਹੈ, ਮੈਂ ਇਹ ਮੋਈ ਹੋਈ ਚੂਹੀ ਨਹੀਂ ਚੱਕਣੀ। ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਕਿਹਾ ਕਿ ਬੇਟਾ ਇਹ ਚੂਹੀ ਬਾਹਰ ਸੁੱਟ ਆਓ। ਲਖਮੀ ਦਾਸ ਜੀ ਨੇ ਵੀ ਕਿਹਾ ਕਿ ਮੋਈ ਹੋਈ ਚੂਹੀ ਨੂੰ ਮੈਂ ਹੱਥ ਨਹੀਂ ਲਾਉਣਾ, ਜੇ ਆਖੋ ਤਾਂ ਹੋਰ ਕਿਸੇ ਪਾਸੋਂ ਚੁਕਵਾ ਦਿੰਦਾ ਹਾਂ। ਉਪਰੰਤ ਗੁਰੂ ਜੀ ਨੇ ਸ਼੍ਰੀ ਲਹਿਣਾ ਜੀ ਵੱਲ ਵੇਖ ਕੇ ਆਖਿਆ ਕਿ ਹੇ ਕਰਤਾਰ ਦੇ ਪਿਆਰੇ, ਤੂੰ ਉੱਠ ਇਸ ਚੂਹੀ ਨੂੰ ਬਾਹਰ ਸੁੱਟ ਆ। ਸ਼੍ਰੀ ਲਹਿਣਾ ਜੀ ਨੇ ਅਜੇ ਅੱਧੀ ਗੱਲ ਸੁਣੀ ਸੀ ਕਿ ਤਤਕਾਲ ਹੀ ਚੂਹੀ ਨੂੰ ਫੜ ਕੇ ਬਾਹਰ ਦੂਰ ਸੁੱਟ ਆਏ। ਤਦ ਗੁਰੂ ਜੀ ਨੇ ਸ਼੍ਰੀ ਸੁਲੱਖਣੀ ਨੂੰ ਆਖਿਆ, ਹੇ ਪ੍ਰਿਆ, ਮਨ ਵਿੱਚ ਵਿਚਾਰ ਲੈ ਕੇ ਆਪਣੇ ਪੁੱਤਰਾਂ ਦਾ ਕੀ ਹਾਲ ਹੈ, ਪਰਾਏ ਪੁੱਤਰ ਦਾ ਕੀ ਹੈ। ਇਹ ਆਪਣੇ ਪੁੱਤਰ ਕਦੇ ਸਾਡੀ ਆਗਿਆ ਦਾ ਪਾਲਣ ਨਹੀਂ ਕਰਦੇ ਤੇ ਉਹ ਸਦਾ ਸਾਡੀ ਆਗਿਆ ਵਿੱਚ ਕੰਮ ਕਰਦਾ ਹੈ। ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਿਸ ਉੱਤੇ ਕਰਤਾਰ ਦੀ ਕਿਰਪਾ ਹੋਵੇ ਉਹੀ ਇਸ ਗੱਦੀ ਦੀ ਵਸਤੂ ਨੂੰ ਲੈਂਦਾ ਹੈ। ਜਲ ਸਦਾ ਨੀਵੇਂ ਪਾਸੇ ਹੀ ਜਾਂਦੇ ਹਨ, ਉੱਚੇ ਟਿੱਬੇ ਉੱਤੇ ਇੱਕ ਬੂੰਦ ਭਰ ਨਹੀਂ ਠਹਿਰਦਾ। ਇਹ ਬਚਨ ਸੁਣ ਕੇ ਅਤੇ ਵੇਖ ਕੇ ਸ਼੍ਰੀ ਸੁਲੱਖਣੀ ਜੀ ਉੱਠ ਕੇ ਆਪਣੇ ਘਰ ਨੂੰ ਚਲੇ ਗਏ। ਕੁਝ ਦਿਨ ਉਪਰੰਤ ਗੁਰੂ ਜੀ ਨੇ ਇੱਕ ਹੋਰ ਪਰਤਾਵਾ ਕਰਨ ਵਾਸਤੇ ਕੌਤਕ ਰਚਿਆ। ਇੱਕ ਰਾਤ ਜਦ ਆਪ ਜੀ ਬਿਰਾਜ ਰਹੇ ਸਨ ਅਤੇ ਦੋਵੇਂ ਸਾਹਿਬਜ਼ਾਦੇ ਵੀ ਆਪ ਜੀ ਪਾਸ ਸੁੱਤੇ ਹੋਏ ਸਨ ਤਾਂ ਆਪ ਜੀ ਨੇ ਸ਼੍ਰੀ ਚੰਦ ਜੀ ਨੂੰ ਕਿਹਾ, ਪੁੱਤਰ ਸਾਡਾ ਚਾਦਰਾ ਨਦੀ ਤੋਂ ਧੋ ਕੇ ਛੇਤੀ ਸੁਕਾ ਕੇ ਲੈ ਆਓ। ਅੱਗੋਂ ਸ਼੍ਰੀ ਚੰਦ ਜੀ ਨੇ ਕਿਹਾ, ਮੈਂ ਥੱਕਾ ਹੋਇਆ ਆਰਾਮ ਕਰ ਰਿਹਾ ਹਾਂ, ਠੰਡੇ ਪਾਣੀ ਨਾਲ ਹੱਥ ਠਰ ਜਾਣਗੇ, ਦਿਨ ਚੜ੍ਹੇਗਾ ਤਾਂ ਸੇਵਾਦਾਰ ਪਾਸੋਂ ਧੁਆ ਦਿਆਂਗਾ। ਜਦ ਫਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਲਖਮੀ ਦਾਸ ਨੂੰ ਆਖਿਆ ਤਾਂ ਉਸਨੇ ਵੀ ਇਸ ਤਰ੍ਹਾਂ ਹੀ ਉੱਤਰ ਦਿੱਤਾ। ਉਪਰੰਤ ਗੁਰੂ ਜੀ ਨੇ ਜਦ ਲਹਿਣਾ ਜੀ ਨੂੰ ਕਿਹਾ ਕਿ ਪੁਰਖਾ ਸਾਡੀ ਚਾਦਰ ਧੋ ਲਿਆ ਤਾਂ ਲਹਿਣਾ ਜੀ ਤਤਕਾਲ ਹੀ ਉੱਠ ਕੇ ਨਦੀ ਵਿੱਚ ਚਾਦਰ ਧੋਣ ਜਾ ਲੱਗੇ। ਚਾਦਰ ਧੋਣ ਸਮੇਂ ਲਹਿਣੇ ਜੀ ਨੇ ਵੇਖਿਆ ਕਿ ਸੂਰਜ ਸਿਖਰ ਤੇ ਹੈ ਅਤੇ ਬੜੀ ਤਿੱਖੜ ਦੁਪਹਿਰ ਲੱਗੀ ਹੋਈ ਹੈ। ਲਹਿਣਾ ਜੀ ਚਾਦਰਾ ਧੋ ਕੇ ਅਤੇ ਸੁਕਾ ਕੇ ਗੁਰੂ ਜੀ ਪਾਸ ਲੈ ਆਏ। ਗੁਰੂ ਜੀ ਨੇ ਪ੍ਰਸੰਨ ਹੋ ਕੇ ਥਾਪੜਾ ਦਿੱਤਾ ਅਤੇ ਬਹੁਤ ਪ੍ਰਸ਼ੰਸਾ ਕੀਤੀ। ਇੱਕ ਦਿਨ ਫਿਰ ਗੁਰੂ ਜੀ ਨੇ ਹੋਰ ਪ੍ਰੀਖਿਆ ਵਾਸਤੇ ਆਪਣਾ ਕਹਿ ਦਾ ਕਟੋਰਾ ਚਿੱਕੜ ਦੇ ਚਲੇ ਵਿੱਚ ਸੁੱਟ ਕੇ ਸ਼੍ਰੀ ਚੰਦ ਜੀ ਨੂੰ ਆਖਿਆ ਕਿ ਬੇਟਾ ਸਾਡਾ ਕਟੋਰਾ ਇਸ ਚਲੇ ਵਿੱਚ ਡਿੱਗ ਪਿਆ ਹੈ, ਇਸ ਨੂੰ ਕੱਢ ਕੇ ਸਾਫ਼ ਪਾਣੀ ਨਾਲ ਧੋ ਕੇ ਮਾਂਜ ਕੇ ਸਾਡੇ ਪਾਸ ਲੈ ਆਓ। ਸ਼੍ਰੀ ਚੰਦ ਜੀ ਨੇ ਕਿਹਾ, ਇਸ ਗੰਦੇ ਤੇ ਮੈਲੇ ਜੂਠੇ ਪਾਣੀ ਵਿੱਚ ਮੇਰੇ ਕੱਪੜੇ ਖਰਾਬ ਹੋ ਜਾਣਗੇ, ਕਿਸੇ ਸਿੱਖ ਨੂੰ ਆਖ ਕੇ ਕਢਾ ਲਵੋ। ਫਿਰ ਗੁਰੂ ਜੀ ਨੇ ਲਖਮੀ ਦਾਸ ਨੂੰ ਆਖਿਆ ਕਿ ਚਿੱਕੜ ਦੇ ਚੱਲੇ ਵਿੱਚੋਂ ਕਟੋਰਾ ਕੱਢ ਕੇ ਧੋ ਮਾਂਜ ਕੇ ਸਾਡੇ ਪਾਸ ਲੈ ਆਓ। ਲਖਮੀ ਦਾਸ ਨੇ ਕਿਹਾ, ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ ਕੇ ਜੋ ਮੰਦਾ ਕੰਮ ਹੈ ਉਹ ਸਾਡੇ ਪਾਸੋਂ ਹੀ ਕਰਵਾਉਂਦੇ ਹੋ। ਸਾਰੇ ਸਿੱਖ ਸੇਵਕਾਂ ਵਿੱਚ ਸਾਡਾ ਨਿਰਾਦਰ ਕਰਦੇ ਹੋ। ਮੈਂ ਕੋਈ ਅਜਿਹਾ ਅਪਮਾਨ ਵਾਲਾ ਕੰਮ ਕਰਨ ਨੂੰ ਤਿਆਰ ਨਹੀਂ ਹਾਂ। ਤਦ ਗੁਰੂ ਜੀ ਨੇ ਲਹਿਣਾ ਜੀ ਨੂੰ ਆਖਿਆ ਕਿ ਚਿੱਕੜ ਵਿੱਚੋਂ ਕਟੋਰਾ ਕੱਢ ਕੇ ਧੋ ਮਾਂਜ ਕੇ ਸਾਡੇ ਪਾਸ ਲੈ ਆਓ। ਤਾਂ ਲਹਿਣਾ ਜੀ ਨੇ ਸੁਣਦੇ ਸਾਰ ਹੀ ਚਿੱਕੜ ਵਿੱਚ ਛਾਲ ਮਾਰ ਕੇ ਕਟੋਰਾ ਕੱਢ ਕੇ ਅਤੇ ਧੋ ਮਾਂਜ ਕੇ ਗੁਰੂ ਜੀ ਪਾਸ ਰੱਖ ਦਿੱਤਾ। ਲਹਿਣਾ ਜੀ ਦੇ ਸਾਰੇ ਕੱਪੜੇ ਤੇ ਸਰੀਰ ਚਿੱਕੜ ਨਾਲ ਭਰ ਗਏ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਲਹਿਣਾ ਜੀ ਨੂੰ ਧੰਨ ਧੰਨ ਕਹਿਣ ਲੱਗੇ। ਗੁਰੂ ਜੀ ਨੇ ਪ੍ਰਸੰਨ ਹੋ ਕੇ ਲਹਿਣਾ ਜੀ ਨੂੰ ਥਾਪੜਾ ਦਿੱਤਾ। ਇੱਕ ਦਿਨ ਭਾਈ ਬੁੱਢਾ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਵੀ ਗੁਰੂ ਜੀ ਦੀ ਬਹੁਤ ਸੇਵਾ ਕਰਦਾ ਹਾਂ ਤੇ ਆਗਿਆ ਅਨੁਸਾਰ ਚੱਲਦਾ ਹਾਂ, ਪਰ ਪਤਾ ਨਹੀਂ ਲਹਿਣੇ ਉੱਤੇ ਇਤਨੀ ਕਿਰਪਾ ਕਿਉਂ ਕਰਦੇ ਹਨ। ਗੁਰੂ ਜੀ ਭਾਈ ਬੁੱਢੇ ਦੀ ਮਨ ਦੀ ਗੱਲ ਜਾਣ ਕੇ ਉਸ ਨੂੰ ਪਰਖਣ ਵਾਸਤੇ
ਇੱਕ ਰਾਤ ਉਸ ਨੂੰ ਕਹਿਣ ਲੱਗੇ, ਭਾਈ ਬੁੱਢੇ, ਬਾਹਰ ਨਿਕਲ ਕੇ ਵੇਖ ਕਿ ਰਾਤ ਕਿੰਨੀ ਕੁ ਬਾਕੀ ਹੈ, ਇਸ਼ਨਾਨ ਦਾ ਵੇਲਾ ਹੋਇਆ ਹੈ ਕਿ ਨਹੀਂ। ਬੁੱਢਾ ਜੀ ਨੇ ਬਾਹਰ ਨਿਕਲ ਕੇ ਆਖਿਆ, ਮਹਾਰਾਜ ਅੱਧੀ ਰਾਤ ਬਾਕੀ ਹੈ। ਗੁਰੂ ਜੀ ਨੇ ਕਿਹਾ, ਇਤਨੀ ਨਹੀਂ, ਇੱਕ ਪਹਿਰ ਬਾਕੀ ਹੈ, ਫੇਰ ਚੰਗੀ ਤਰ੍ਹਾਂ ਵੇਖ ਕੇ ਦੱਸੋ। ਬੁੱਢਾ ਜੀ ਨੇ ਕਿਹਾ, ਮਹਾਰਾਜ ਮੈਂ ਚੰਗੀ ਤਰ੍ਹਾਂ ਵੇਖਿਆ ਹੈ, ਅੱਧੀ ਰਾਤ ਹੀ ਬਾਕੀ ਹੈ। ਇਸ ਤਰ੍ਹਾਂ ਜਦ 3 ਵਾਰ ਗੁਰੂ ਜੀ ਨੇ ਕਿਹਾ ਕਿ ਪਹਿਰ ਰਾਤ ਬਾਕੀ ਹੈ, ਤਾਂ ਭਾਈ ਬੁੱਢਾ ਜੀ ਨੇ ਕਿਹਾ ਅੱਧੀ ਰਾਤ ਬਾਕੀ ਹੈ। ਤਾਂ ਫਿਰ ਗੁਰੂ ਜੀ ਨੇ ਲਹਿਣਾ ਜੀ ਨੂੰ ਕਿਹਾ, ਲਹਿਣਾ ਤੂੰ ਬਾਹਰ ਨਿਕਲ ਕੇ ਵੇਖ ਰਾਤ ਕਿੰਨੀ ਬਾਕੀ ਹੈ। ਲਹਿਣਾ ਜੀ ਨੇ ਬਾਹਰ ਨਿਕਲ ਕੇ ਤਾਰਿਆਂ ਦੀ ਸੇਧ ਲਾ ਕੇ ਦੱਸਿਆ, ਮਹਾਰਾਜ ਰਾਤ ਅੱਧੀ ਬਾਕੀ ਹੈ। ਗੁਰੂ ਜੀ ਨੇ ਕਿਹਾ, ਫੇਰ ਚੰਗੀ ਤਰ੍ਹਾਂ ਵੇਖ, ਪਹਿਰ ਰਾਤ ਬਾਕੀ ਹੈ। ਜਦ ਲਹਿਣਾ ਜੀ ਨੇ ਫਿਰ ਬਾਹਰ ਆਣ ਕੇ ਵੇਖਿਆ ਕਿ ਰਾਤ ਤਾਂ ਅੱਧੀ ਠੀਕ ਹੈ, ਪਰ ਗੁਰੂ ਜੀ ਨੂੰ ਪਤਾ ਨਹੀਂ ਕੀ ਪਾਉਂਦਾ ਹੈ, ਉਹਨਾਂ ਦੀ ਉਹੀ ਜਾਣਨ। ਇਹ ਵਿਚਾਰ ਕੇ ਲਹਿਣਾ ਜੀ ਨੇ ਕਿਹਾ, ਮਹਾਰਾਜ ਮੇਰੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਹਨ, ਇਸ ਕਰਕੇ ਮੈਂ ਭੁੱਲ ਕੇ ਅੱਧੀ ਰਾਤ ਬਾਕੀ ਦੱਸੀ ਸੀ। ਹੁਣ ਮੈਂ ਚੰਗੀ ਤਰ੍ਹਾਂ ਵੇਖ ਕੇ ਕਹਿੰਦਾ ਹਾਂ ਕਿ ਜਿਤਨੀ ਰਾਤ ਆਪ ਜੀ ਨੇ ਬਿਤਾਈ ਹੈ ਉਤਨੀ ਹੀ ਬੀਤੀ ਹੈ, ਤੇ ਜਿਤਨੀ ਤੁਸਾਂ ਬਾਕੀ ਰੱਖੀ ਹੈ ਉਤਨੀ ਹੀ ਰਹੀ ਹੈ। ਇਹ ਸਭ ਕੁਝ ਆਪ ਜੀ ਦੇ ਹੀ ਅਧੀਨ ਹੈ। ਇਹ ਉੱਤਰ ਸੁਣ ਕੇ ਬੁੱਢਾ ਜੀ ਸਮਝ ਗਏ ਕਿ ਮੈਂ ਲਹਿਣਾ ਜੀ ਵਾਂਗੂ ਗੁਰੂ ਜੀ ਦੀ ਆਗਿਆ ਦਾ ਪਾਲਣ ਨਹੀਂ ਕਰ ਸਕਿਆ, ਜਿਸ ਕਰਕੇ ਆਪ ਜੀ ਲਹਿਣਾ ਉੱਤੇ ਬਹੁਤ ਪ੍ਰਸੰਨ ਹਨ। ਇਸ ਤਰ੍ਹਾਂ ਭਲੀ ਭਾਂਤ ਪ੍ਰੀਖਿਆ ਕਰਕੇ ਗੁਰੂ ਜੀ ਨੇ ਲਹਿਣਾ ਜੀ ਨੂੰ ਗੁਰਗੱਦੀ ਦੇਣ ਦੀ ਤਿਆਰੀ ਕਰ ਲਈ। ਇੱਕ ਦਿਨ ਗੁਰੂ ਜੀ ਲਹਿਣਾ ਜੀ ਦਾ ਸਰੂਪ ਲੈ ਕੇ ਰਾਵੀ ਵਿੱਚ ਹੀ ਖੜੇ ਰਹੇ, ਤੇ ਲਹਿਣਾ ਜੀ ਕਿਨਾਰੇ ਉੱਤੇ ਗੁਰੂ ਜੀ ਦਾ ਸਰੂਪ ਆਪਣੇ ਅੰਦਰ ਟਿਕਾ ਕੇ ਸਮਾਧੀ ਲਾ ਕੇ ਬੈਠ ਗਏ। ਤਦ ਗੁਰੂ ਜੀ ਪ੍ਰੇਮ ਵਸ ਹੋ ਆਪਣਾ ਤਪ ਵਿੱਚ ਹੀ ਛੱਡ ਕੇ ਲਹਿਣਾ ਜੀ ਪਾਸ ਕਿਨਾਰੇ ਉੱਤੇ ਆ ਗਏ। ਤਦ ਲਹਿਣਾ ਜੀ ਨੂੰ ਆਪਣੇ ਸਰੂਪ ਵਿੱਚ ਲਿਵਲੀਨ ਵੇਖਿਆ ਤਾਂ ਆਪ ਜੀ ਨੇ ਆਪਣਾ ਸਰੂਪ ਉਸ ਦੇ ਧਿਆਨ ਵਿੱਚੋਂ ਖਿੱਚ ਲਿਆ, ਜਿਸ ਨਾਲ ਲਹਿਣਾ ਜੀ ਨੇ ਤਰਬਕ ਕੇ ਅੱਖਾਂ ਖੋਲ ਲਈਆਂ ਤੇ ਗੁਰੂ ਜੀ ਨੂੰ ਵੇਖ ਕੇ ਉਹਨਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਗੁਰੂ ਜੀ ਪ੍ਰਸੰਨ ਹੋਏ ਅਤੇ ਲਹਿਣਾ ਜੀ ਨੂੰ ਆਪਣੇ ਨਾਲ ਲੈ ਕੇ ਧਰਮਸ਼ਾਲਾ ਵਿੱਚ ਆ ਗਏ। ਦੋਹਾਂ ਪੁੱਤਰਾਂ ਅਤੇ ਹੋਰ ਸਿੱਖ ਸੇਵਕਾਂ ਨੂੰ ਸੱਦ ਕੇ 5 ਪੈਸੇ ਤੇ ਇੱਕ ਨਾਰੀਅਲ ਹੱਥ ਵਿੱਚ ਲੈ ਕੇ ਲਹਿਣਾ ਜੀ ਦੀਆਂ 3 ਪਰਿਕਰਮਾ ਕਰਕੇ ਉਹਨਾਂ ਅੱਗੇ ਭੇਟਾ ਰੱਖ ਕੇ ਮੱਥਾ ਟੇਕ ਦਿੱਤਾ। ਲਹਿਣਾ ਜੀ ਇਹ ਕਾਰਵਾਈ ਵੇਖ ਕੇ ਬਹੁਤ ਹੈਰਾਨ ਹੋ ਗਏ ਅਤੇ ਕਿਹਾ, ਮਹਾਰਾਜ ਤੁਸੀਂ ਪਰਮੇਸ਼ਰ ਰੂਪ ਹੋ ਕੇ ਮੇਰੇ ਜਿਸ ਸਰੀਰ ਅੱਗੇ ਸੀਸ ਨਵਾਇਆ ਹੈ, ਮੈਂ ਸਮਝਦਾ ਹਾਂ ਉਹ ਕੋੜੀ ਹੋ ਜਾਣ ਦੇ ਯੋਗ ਹੈ। ਸ਼੍ਰੀ ਲਹਿਣਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪੁਰਖਾ ਹੁਣ ਚੁੱਪ ਕਰ, ਜੋ ਮੂੰਹੋਂ ਕੱਢੇਗਾ ਸੋ ਸੱਚ ਹੋ ਜਾਏਗਾ, ਹੋਰ ਕੋਈ ਐਸੀ ਗੱਲ ਨਾ ਕਰਨਾ। ਅੱਜ ਤੋਂ ਤੁਸੀਂ ਸਭ ਦੇ ਗੁਰੂ ਹੋ ਤੇ ਜਗਤ ਤੁਹਾਡਾ ਦਾਸ ਹੈ। ਅਸਾਂ ਕਿਉਂਕਿ ਆਪਣੇ ਅੰਗਾਂ ਤੋਂ ਬਣਾਇਆ ਹੈ, ਇਸ ਕਰਕੇ ਅੱਜ ਤੋਂ ਤੁਹਾਡਾ ਨਾਮ ਸ਼੍ਰੀ ਅੰਗਦ ਹੈ। ਸਤਨਾਮ ਦਾ ਸਿਮਰਨ ਕਰਾਉਣਾ ਅਤੇ ਸਿੱਖੀ ਦੀ ਮਰਿਆਦਾ ਚਲਾਉਣੀ। ਉਪਰੰਤ ਗੁਰੂ ਜੀ ਨੇ ਸਭ ਸੰਗਤਾਂ ਨੂੰ ਕਿਹਾ ਕਿ ਅੱਜ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਮੇਰਾ ਹੀ ਰੂਪ ਜਾਣਨਾ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਆਦਿਕ ਸਭ ਸਿੱਖਾਂ ਨੇ ਸ਼੍ਰੀ ਲਹਿਣਾ ਜੀ ਨੂੰ ਮੱਥਾ ਟੇਕਿਆ, ਪਰ ਗੁਰੂ ਜੀ ਦੇ ਦੋਹਾਂ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਇਹ ਆਖ ਕੇ ਮੱਥਾ ਨਾ ਟੇਕਿਆ ਕਿ ਅਸੀਂ ਇਸ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ, ਅਸੀਂ ਗੁਰੂ ਪੁੱਤਰ ਉੱਚੇ ਪਦ ਦੇ ਅਧਿਕਾਰੀ ਹਾਂ। ਇਸ ਤਰ੍ਹਾਂ ਬੋਲ ਕੇ ਦੋਵੇਂ ਉੱਠ ਕੇ ਆਪਣੇ ਘਰ ਨੂੰ ਚਲੇ ਗਏ। ਉਪਰੰਤ ਗੁਰੂ ਜੀ ਨੇ ਸ਼੍ਰੀ ਅੰਗਦ ਜੀ ਪ੍ਰਤੀ ਬਚਨ ਕੀਤਾ ਕਿ ਜਗਤ ਦੇ ਉਧਾਰ ਵਾਸਤੇ ਸਾਡੀ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਪੜ੍ਹ ਕੇ ਸੁਣਾਈ ਜਾਓ ਅਤੇ ਉਸ ਦੀ ਮਰਿਆਦਾ ਬੰਨ੍ਹ ਕੇ ਉਪਕਾਰ ਦਾ ਕੰਮ ਕਰੋ। ਆਗਿਆ ਅਨੁਸਾਰ ਸ਼੍ਰੀ ਅੰਗਦ ਜੀ ਨੇ ਸਾਰੀ ਬਾਣੀ ਨੂੰ ਚੁਣ ਕੇ ਗੁਰੂ ਜੀ ਪਾਸ ਬੈਠ ਕੇ ਸੁਣਾਇਆ। ਤਦ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਿਆ ਅਤੇ ਫਰਮਾਇਆ ਕਿ ਜੋ ਗੁਰਸਿੱਖੀ ਦਾ ਇੱਛਾਵਾਨ ਸਿੱਖ ਸਵੇਰੇ ਇਸ਼ਨਾਨ ਕਰਕੇ ਇਸ ਜਪ ਬਾਣੀ ਨੂੰ ਵਿਚਾਰ ਨਾਲ ਇੱਕ ਮਨ ਹੋ ਕੇ ਪੜ੍ਹੇਗਾ ਅਤੇ ਇਸ ਦੇ ਸਿਧਾਂਤ ਨੂੰ ਗ੍ਰਹਿਣ ਕਰੇਗਾ, ਉਹ ਨਿਸ਼ਚੈ ਹੀ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ। ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਦੇ ਨੇੜੇ ਕੋਈ ਜਿੰਨ ਭੂਤ ਨਹੀਂ ਆਵੇਗਾ ਅਤੇ ਨਾ ਹੀ ਕੋਈ ਜੰਤਰ ਮੰਤਰ ਅਸਰ ਕਰੇਗਾ। ਉਸ ਦੇ ਸਾਰੇ ਕਾਰਜ ਸੁੱਤੇ ਸਿੱਧ ਹੀ ਸੰਪੂਰਨ ਹੋਣਗੇ। ਜਿਹੜਾ ਪੁਰਸ਼ ਨਾਮ ਬਾਣੀ ਦਾ ਅਭਿਆਸ ਕਰੇਗਾ ਉਸ ਵਾਸਤੇ ਹੋਰ ਕੋਈ ਕਰਮ ਕਰਨ ਵਾਲਾ ਬਾਕੀ ਨਹੀਂ ਰਹੇਗਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।